ਜਣੀ ਸ਼ਬਦ ਅਰਥ ਪਰਮਾਰਥ। ਜਿਵੇਂ ਪ੍ਰਯੋਜਨ ਔਰ ਪਰਮ ਪ੍ਰਯੋਜਨ। ਪ੍ਰਯੋਜਨ ਕਿਸੇ ਚੀਜ਼ ਦੀ ਪ੍ਰਾਪਤੀ ਆਕਾਂक्षा ਜਿਹੜੀ ਵੀ ਇਹ ਲੜਕਾ ਹਰ ਰੋਜ਼ ਗੇੜਾ ਮਾਰਦਾ ਹੈ, ਤੁਹਾਡੇ ਕੋਲੇ ਆਉਣੇ ਦਾ ਚਾਹੇ ਕਹਿ ਲੋ ਕੀ ਮਤਲਬ ਹੈ, ਅਥਵਾ ਤੁਹਾਡੇ ਕੋਲੋਂ ਇਹ ਕੀ ਲੈਣ ਆਉਂਦਾ, ਅਥਵਾ ਇਹ ਕਹਿ ਲੋ ਕਿ ਇਹਦਾ ਕੀ ਪ੍ਰਯੋਜਨ ਹੈ। ਭਾਸ਼ਾ ਦਾ ਥੋੜਾ ਫਰਕ ਹੈ। ਤਾਂ ਇੱਥੇ ਇਹ ਨਿਕਲਦਾ ਹੈ ਵੀ ਇੱਕ ਹੁੰਦਾ ਸ਼ਬਦ ਅਰਥ ਔਰ ਪਰਮਾਰਥ। ਜਿਸ ਤੋਂ ਸ਼ਬਦ ਤਾਂ ਆਵਾਜ਼ ਹੈ, ਵਿਗਿਆਨ ਬੈਠਾ, ਹਰੀ ਸਿੰਘ ਬੈਠਾ, ਕਾਕਾ ਬੈਠਾ, ਇਹ ਸ਼ਬਦ ਬੋਲਦਾ। ਤਾਂ ਇਹ ਲੋਕ ਭਾਸ਼ਾ ਦੇ ਵਿੱਚ ਚੀਜ਼ਾਂ ਦੇ ਨਾਂ ਵੀ ਦੋ ਅੱਖਰ ਮਿਲ ਗਏ, ਉਹ ਪਾਣੀ। ਤਾਂ ਪਹਿਲਾਂ ਪਾਣੀ ਬੋਲਿਆ ਗਿਆ ਸ਼ਬਦ, ਅਰਥ ਕੀ ਹੈ? ਜਿਹੜਾ ਆਪਣੀ ਇਸ ਦੇ ਬਾਰੇ ਸੋਚ ਰੱਖਦਾ ਹੈ ਉਹ ਆਖੇਗਾ ਯਾਰ ਜਲ। ਅੰਗਰੇਜ਼ੀ ਪੜ੍ਹਿਆ, ਅੰਗਰੇਜ਼ੀ ਵਾਟਰ, ਨੀਰ, ਇਹ ਬੋਲ ਕੇ ਜਿਹੜੇ ਸੋਚ ਰੱਖਦੇ ਉਹ ਤੁਹਾਨੂੰ ਦੱਸਾਂਗੇ। ਹੋਰ ਪਾਣੀ ਕਿਹੜਾ ਯਾਰ? ਨੀਰ। ਤਾਂ ਉਹ ਇਹਨੂੰ ਅਰਥ ਸਮਝਦੇ ਆ। ਵੇਦਾਂਤ ਇਹ ਬਾਤ ਕਹਿੰਦਾ ਹੈ ਕਿ ਸ਼ਬਦ ਦਾ ਅਰਥ ਸ਼ਬਦ, ਸ਼ਬਦ ਦਾ ਅਰਥ ਸ਼ਬਦ ਇਹ ਨਹੀਂ ਹੁੰਦਾ। ਯਾਰ ਕਿਹਨੂੰ ਆਵਾਜ਼ ਮਾਰੀ ਸੀ? ਯਾਰ ਉਹ ਲੜਕਾ ਲੰਘ ਗਿਆ, ਕਿਹਨੂੰ ਆਵਾਜ਼ ਮਾਰੀ ਸੀ? ਉਹ ਮੁੰਡਾ ਕੋਲ ਦੀ ਗਿਆ। ਮੁੰਡਾ ਕੀ? ਲੜਕਾ, ਉਹ ਬੇਟਾ। ਇਹ ਅਰਥ ਦੱਸਦਾ। ਜਿਹੜਾ ਵੇਦਾਂਤ ਪਰਿਭਾਸ਼ਾ ਹੈ ਇਹ ਬੋਲਦੀ ਹੈ ਕਿ ਸ਼ਬਦ का अर्थ शब्द, शब्द का अर्थ शब्द। ਇਹ ਨਹੀਂ ਹੁੰਦਾ। ਸ਼ਬਦ ਦਾ ਅਰਥ ਮਾਇਨਾ ਹੈ ਵਸਤੂ ਹੁੰਦਾ ਹੈ। ਪਾਣੀ ਦਾ ਕੀ ਅਰਥ ਹੈ? ਜਲ, ਵਾਟਰ ਨਹੀਂ। ਇਹ ਤਾਂ ਸ਼ਬਦ ਹੈ, ਵਾਟਰ ਵੀ ਸ਼ਬਦ ਹੈ, ਜਲ ਵੀ ਸ਼ਬਦ ਹੈ। ਅਰਥ ਹੈ ਕਿ ਜਿਹੜਾ ਤੁਸੀਂ ਪੀਨੇ ਆ ਗਲਾਸ ਚ ਪਾ ਕੇ, ਇਹ ਇਹਦਾ ਅਰਥ ਹੈ। ਤਾਂ ਇਹ ਸਾਨੂੰ ਇਹ ਸਮਝ ਲੱਗਦੀ ਹੈ ਕਿ ਜਿਹੜਾ ਬੋਲਿਆ ਜਾਂਦਾ ਹੈ ਉਹ ਵਿਸ਼ਾ ਵਸਤੂ ਹੈ, ਜਿਹੜੀ ਉਹ ਅਰਥ ਹੁੰਦਾ। ਇੱਕ ਉਸ ਤੋਂ ਅੱਗੇ ਹੁੰਦਾ ਪਰਮਾਰਥ। ਇਹ ਤਾਂ ਦੁਨਿਆਵੀ ਅਰਥ ਹੈ। ਦੁਨਿਆਵੀ ਅਰਥ ਦੇ ਵਿੱਚ ਵੀ ਅਸੀਂ ਸਾਰੇ ਲੋਕ ਸਮਝ ਨਹੀਂ ਰਹੇ। अर्थ माना है वस्तु,
ਰੋਟੀ ਦੋ ਅੱਖਰ ਬੋਲੇ ਗਏ, ਦੋਹਾਂ ਦੀਆਂ ਦੋ ਮਾਤਰਾ ਨਾਲ ਬੋਲੀਆਂ। ਯਾਰ ਰੋਟੀ ਕਾਸ ਨੂੰ ਆਦੇ ਰੋਟੀ, ਰੋਟੀ ਦਾ ਮਤਲਬ ਕੀ? ਉਹ ਅੱਗੇ ਕਹੇਗਾ ਚਪਾਤੀ, ਪ੍ਰਸ਼ਾਦਾ, ਲੰਗਰ। ਇਹ ਸ਼ਬਦ ਹੀ ਹੈ, ਸ਼ਬਦਾਂ ਦੇ ਨਾਲ ਸ਼ਬਦ ਸਿੱਧ ਕਰਦੇ ਆ। ਇਹ ਐਡੀ ਛੇਤੀ ਹੋਣੇ ਨਹੀਂ। ਤਾਂ ਫਿਰ ਰੋਟੀ, ਰੋਟੀ ਜਿਸ ਨੂੰ ਬੋਲਦੇ ਆ, ਆਟਾ ਗੁੰਨ ਕੇ ਜਿਹੜੀ ਤਵੇ ਤੇ ਰੱਖ ਕੇ ਪਕਾਈ ਗਈ ਹੈ, ਉਸ ਵਸਤੂ ਤੁਹਾਡੇ ਸਾਹਮਣੇ ਥਾਲੀ 'ਚ ਰੱਖ ਕੇ ਜਾਂ ਹੱਥ ਤੇ ਰੱਖ ਕੇ ਜਿਹਨੂੰ ਤੋੜ ਕੇ ਬੁਰਕੀ ਮੂੰਹ 'ਚ ਪਾਉਨੇ ਆ, ਇਹ ਰੋਟੀ ਹੈ। ਇਸ ਰੋਟੀ ਸ਼ਬਦ ਦਾ ਅਰਥ ਹੈ। ਤੇ ਅਸੀਂ ਭੱਜ ਕੇ ਆਖਤਾ ਇੱਕ ਨੇ, ਯਾਰ ਰੋਟੀ ਆਖੇ ਇਹਦਾ ਮਤਲਬ ਕੀ? ਉਹ ਆਖੋ ਪ੍ਰਸ਼ਾਦਾ। ਜਿਹੜਾ ਪ੍ਰਸ਼ਾਦਾ ਕਹਿਣਾ ਹੈ ਤੇ ਜਿਹੜਾ ਰੋਟੀ ਕਹਿਣਾ ਹੈ ਤਾਂ ਇੱਕੋ ਹੀ ਚੀਜ਼ ਹੈ। ਅਰਥ ਮੈਂ ਨਾ ਉਹ ਵਸਤੂ ਮੂਹਰੇ ਰੱਖਣੀ, ਇਹ ਆ ਗਿਆ ਅਰਥ। ਅੱਗੇ ਹੈਗਾ ਪਰਮਾਰਥ। ਤਾਂ ਪਰਮਾਰਥ ਬਾਰੇ ਸ਼ਬਦ ਕਿਹੜਾ ਬੋਲਦਾ ਹੈ? ਅੱਗੇ ਇੱਕ ਕੀ। ਤਾਂ ਅੱਗੇ ਬੋਲਿਆ ਗਿਆ ਉਸੇ ਨੂੰ ਓਮ। ਇੱਕ ਹੀ ਸਤਾ, ਇਹ ਵਸਤੂ ਨਹੀਂ। ਜਿਵੇਂ ਰੋਟੀ ਦੀ ਵਸਤੂ ਅਰਥ ਆਟਾ ਗੁੰਨ ਕੇ ਪਕਾਇਆ ਹੋਇਆ, ਕਣਕ ਗੇਹੂੰ ਕੁਛ, ਝੋਨਾ ਛੋਲੇ ਕੁਛ ਵੀ। ਤੇ ਓਮ ਦਾ ਅਰਥ ਕੀ? ਜਿਹੜੇ ਤੁਸੀਂ ਸਾਈਕਲ, ਸਕੂਟਰ, ਕਿਤਾਬ, ਬੂਟ, ਜੁੱਤੀ ਇਹ ਬੋਲਦੇ ਆ, ਇਹਨਾਂ ਦਾ ਅਰਥ ਸ਼ਬਦ ਤੋਂ ਭਿੰਨ ਹੈ। ਜਿਤਨਾ ਵੀ ਦੁਨਿਆਵੀ ਹੈ, ਇਹਦਾ ਅਰਥ ਸ਼ਬਦ ਤੋਂ ਭਿੰਨ। ਸਾਈਕਲ ਸ਼ਬਦ ਤੁਹਾਡੇ ਮੂੰਹ 'ਚ ਹੈ। ਸਾਈਕਲ ਦਾ ਪਰਤੇ ਪਾਰਦਨ ਕਰਨ ਵਾਲੇ ਇਹ ਤਰਾਏ ਅੱਖਰ ਹੈ। ਤਾਂ ਅਰਥ ਉਹ ਜਿਹੜਾ ਬਰਾਂਡੇ 'ਚ ਖੜਾ ਅਥਵਾ ਗਲੀ 'ਚ ਖੜਾ ਅਥਵਾ ਜਿਹਦੇ ਉੱਤੇ ਚਲਾ ਕੇ ਪੈਡਲ ਚਲਾ ਕੇ ਚੜ ਕੇ ਆਈਦਾ, ਇਹ ਕਿਹਾ ਹੈ ਕਿ ਸਾਈਕਲ ਦਾ ਆਦਿਸ਼ਟਾਨ ਕੌਣ ਹੈ? ਸਾਈਕਲ ਦਾ ਆਦਿਸ਼ਟਾਨ ਹੈ ਲੋਹਾ। आदिशतान जड़ वस्तु जहां है, लोहे ते साइकिल खड़ा, अन्न दाने आटे ते रोटी खड़ी है। तो अंत नूं आउंदा कि ਇਹਦਾ ਦ੍ਰਿਸ਼ਟਾ ਤੁਸੀਂ ਦਰਾ ਹੀ ਰਿਹਾ। ਮੈਂ ਤੁਸੀਂ ਇਹ ਗੱਲ ਨੂੰ ਸਾਰੇ ਜਾਣਦੇ कि आदिशटान जड़ वस्तु जहां है, दृष्टा तां भिन्न तहां है। यह है अर्थ। जहां होए चेतन आधारा, तहां न दृष्टा होए न्यारा। ये परमार्थ है। आदिशटान ते वो वस्तु तो दृष्टा तीनों तीन ना होण, एक होवे, उस सता का नाम परमार्थ है।
ਤਾਂ ਅਸੀਂ ਇਸ ਚੀਜ਼ ਨੂੰ ਵੇਖਣਾ ਵੀ ਅਸੀਂ ਲੋਕ ਵੱਡੇ ਵੱਡੇ ਵਿਦਵਾਨਾਂ ਪੁਰਸ਼ਾਂ ਨੇ ਕਹਾਣੀਆਂ, ਨਾਵਲ, ਇਤਿਹਾਸ, ਹੋਰ ਬੜੇ ਪਾਤੇ ਜਾਣਦੇ ਨੇ, ਲੇਖਣੀ ਦੁਆਰਾ ਕਿਤਾਬਾਂ ਲਿਖੀਆਂ। ਤਾਂ ਉਹ ਜਿਤਨੀਆਂ ਵੀ ਲੇਖਣੀਆਂ, ਇੱਕ ਹੋਰ ਹੀ ਲੀਡਰ ਵੀ ਰਿਹਾ ਪਹਿਲਾਂ, ਉਹ ਆਖੀ ਜਾਂਦਾ ਸੀਗਾ ਜੀ ਸਾਰਿਆਂ ਦੇ ਬੜੀਆਂ ਮਹਿਮਾ ਹੈ, ਹੀਰ ਵਾਰਤ ਸ਼ਾਹ ਦੀ ਇਹ ਨਹੀਂ ਮਹਿਮਾ ਤੋਰੀ। ਹੀਰ ਵਾਰਤ ਸ਼ਾਹ, ਕਿੱਸਾ ਪੂਰਨ ਭਗਤ, ਕਿੱਸਾ ਹੀਰ ਰਾਂਝਾ, ਕਿੱਸਾ ਮਾਨ ਧਾਤ ਰਾਜਾ, ਕਿੱਸਾ ਰੂਪ ਬਸੰਤ, ਆਦਿ ਆਦਿ ਬਹੁਤ ਹੈ। ਇਹ ਵੇਖਣਾ ਹੈ ਵੀ ਇਹਨਾਂ 'ਚ ਪਰਮਾਰਥ ਹੈ। ਇਹਨਾਂ ਦਾ ਲੇਖਕ ਹੋਰ ਹੈ, ਉਹ ਸ਼ਬਦਾਵਲੀ ਜਿਹਦੇ ਤੇ ਅੰਕਰੀ ਗਈ ਕਿਤਾਬ ਗ੍ਰੰਥ ਉਹ ਆਦਿਸ਼ਟਾਨ ਹੈ, ਤੇ ਦ੍ਰਿਸ਼ਟਾ ਪਾਸੇ ਬੈਠਾ ਹੈ। ਜਿਹੜਾ ਕੋਈ ਪੜ੍ਹਿਆ ਲਿਖਿਆ ਉਹ ਉਹਨੂੰ ਪੜਚੋਲ ਕਰਕੇ ਪੜ੍ਹਦਾ। वेदांत ने क्या आदिशटान जड़ वस्तु जहां है, दृष्टा तांते भिन्न तहां है। ਜਿਹੜਾ ਉਹਦੇ ਵਿੱਚ ਜਿਹਦੇ ਬਾਰੇ ਵਾਰਤਾ ਲਿਖੀ ਗਈ ਹੈ ਉਹ ਉਸ ਗ੍ਰੰਥ 'ਚ ਹੈ। ਜਿਸ ਬਾਰੇ ਕੋਈ ਕਹਾਣੀ ਲਿਖੀ ਗਈ ਰਾਂਝਾ ਹੀਰ ਉਸ ਕਿਤਾਬ ਦੇ ਵਿੱਚ ਹੈ, ਤਾਂ ਇਹ ਕਹਿਣਾ ਪਏਗਾ ਜਿਸ ਦੇ ਮਰਜੀ ਨਾਮ ਬੋਲ ਲੋ, ਵੱਡੇ ਵੱਡੇ ਕਿਤਾਬਾਂ ਗ੍ਰੰਥ ਚੱਕ ਲੋ, ਨਾ ਤਾਂ ਉਹਦੇ ਵਿੱਚ ਦ੍ਰਿਸ਼ਟਾ ਹੈ, ਦ੍ਰਿਸ਼ਟਾ ਪਾਸੇ ਬੈਠਾ, ਤੇ ਨਾ ਉਹਦੇ ਵਿੱਚ ਜਿਹਦਾ ਪ੍ਰਤੀਪਾਦਨ ਕਰਦੇ ਆ। ਜਿੰਨੇ ਵੀ ਕਿਸੇ ਨੇ ਸੱਸੀ ਪੁੰਨੂ, ਕਿਸੇ ਨੇ ਸਾਹਿਬਾ ਮਿਰਜ਼ਾ, ਇਹ ਜਿਹੜੀ ਕਿਤਾਬ 'ਚ ਅੱਖਰ ਲਿਖੇ ਸਾਹਿਬਾ ਮਿਰਜ਼ਾ ਇਹਦੇ 'ਚ ਉਹ ਹੈਗੇ ਆ, ਤਾਂ ਇਹ ਕਹਿਣਾ ਪਏਗਾ ਕਿ ਉਹ ਤਾਂ ਹੈ ਹੀ ਨਹੀਂ। ਤੇ ਜਿਹੜਾ ਇਹ ਲਿਖ ਰਿਹਾ ਜੀ ਨੇ ਉਹ ਹੈਗਾ, ਉਹ ਵੀ ਹੈ ਨਹੀਂ ਇਹਦੇ 'ਚ। ਜਿਹੜਾ ਪੜਦਾ ਇਹਨੂੰ ਕਿਸੇ ਦੇ ਹੱਥ ਲੱਗੀ ਉਹ ਹੈਗਾ ਇਹਦੇ 'ਚ, ਤਾਂ ਕਹਿਣਾ ਉਹ ਵੀ ਹੈ ਨਹੀਂ। ਤਾਂ ਇਹ ਕੀ ਹੈ? ਉਹ ਵਸਤੂ ਪਰਮਾਰਥ ਨੇ ਖਵਾਉਂਦੀ। ਕਿੰਨੇ ਗ੍ਰੰਥ ਹੈ ਜਿਹੜੇ ਪ੍ਰਮਾਣ ਦਿੱਤੇ ਆ ਉਹ ਬਾਹਰ ਹੈ। ਰਾਜ ਭੁਯੰਗ ਪ੍ਰਸੰਗ ਜੈਸੇ ਹੈ। ਜਿਹੜੀ ਰੱਸੀ ਹੈ, ਜਿਹੜਾ ਸਰਪ ਹੈ, ਇਹਦੇ ਕਿਤਨੇ ਦ੍ਰਿਸ਼ਟਾਂਤ ਦਿੱਤੇ ਹੈ ਵਿਦਵਾਨਾਂ ਨੇ। ਇਹ ਮੈਂ ਜਿਹੜਾ ਬੋਲਿਆ ਕਿ ਰਾਜ ਭੁਯੰਗ ਪ੍ਰਸੰਗ ਜੈਸੇ ਹੈ, ਅਬ ਕਿਛ ਮਰਮ ਜਨਾਇਆ, ਇਹ ਜਿਹਦਾ ਗੁਰੂਆਂ ਨੇ ਪ੍ਰਤੀਪਾਦਨ ਕੀਤਾ। ਇਹ ਗੁਰੂ ਗ੍ਰੰਥ ਦੇ ਵਿੱਚ ਸੱਪ ਤੇ ਰੱਸੀ ਹੈਗੇ ਆ, ਇਹ ਲਏਗਾ ਵੀ ਵਾਸਤਵਿਕ ਦੇ ਵਿੱਚ ਤਾਂ ਸੱਚ ਤਾਂ ਇਹ ਹੀ ਹੈ। ਇਹ ਜਿਹੜਾ ਵਿਚਾਰ ਬੋਲ ਰਿਹਾ ਕਿ ਰਾਜ ਭੁਯੰਗ ਪ੍ਰਸੰਗ ਜੈਸੇ ਹੈ, ਜਿਹੜਾ ਰਾਜ ਮੈਨਾਂ ਰੱਜੂ ਤੇ ਭੁਯੰਗ ਸਰਪ ਹੈ, ਜਿਹੜਾ ਉਹਦਾ ਪ੍ਰਤੀਪਾਦਨ ਕਰ ਰਿਹਾ ਗੁਰੂ ਗ੍ਰੰਥ ਦਾ ਸ਼ਬਦ, ਇਹ ਅਸੀਂ ਵਿਵੇਕ ਨਾਲ ਵੇਖੋ ਕਿ ਇਹਦੇ ਵਿੱਚ ਸਰਪ ਤੇ ਰੱਸੀ ਦੋਨੋਂ ਹੈ। ਤਾਂ ਫਿਰ ਇਹ ਵਿਚਾਰੋ ਕਿ ਇਹ ਕੈਸੇ ਪ੍ਰਤੀਪਾਦਨਾ ਕਰ ਰਿਹਾ।
ਤੁਸੀਂ ਸਮਝਦੇ ਹੋ। ਬਥੇਰੇ ਲੋਕ ਹੋਣਗੇ ਜਿਹੜੇ ਸਮਝਦੇ ਐ, ਪਰ ਇੰਨੇ ਲੋਕ ਸਾਨੂੰ ਮਿਲਣਗੇ ਕਿ ਉਹ ਪੜ੍ਹ ਸਕਦੇ ਐ, ਇਸ ਵਿਸ਼ੇ ਵਸਤੂ ਨੂੰ ਸਮਝ ਨਹੀਂ ਸਕਦੇ। ਕਿ ਸਮਝ ਕਿਉਂ ਨਹੀਂ ਸਕਦੇ? ਇਹਦੇ ਵਿੱਚ ਤਾਂ ਸੱਪ ਤੇ ਰੱਸੀ ਦੋਨੋਂ ਹੈ ਨਹੀਂ, ਤੇ ਸੱਪ ਤੇ ਰੱਸੀ ਦਾ ਪ੍ਰਤੀਪਾਦਨ ਕਿਵੇਂ ਕੀਤਾ? ਫਿਰ ਇੱਥੇ ਵਿਦਵਾਨ ਪੁਰਸ਼ਾਂ ਦੀ ਸਹਾਇਤਾ ਲੈਣੀ ਪਊਗੀ, ਡਿਜ਼ਾਈਨ ਬਣਾਉਣ ਵਾਲਿਆਂ ਦੀ ਨਹੀਂ ਗੀ। ਉਹ ਕੀ ਹੈ? ਤਾਂ ਇਹਦਾ ਮਾਨਾ ਹੈਗਾ ਕਿ ਇਹ ਬਾਣੀ ਦੇ ਨਾ ਤਾਂ ਵਿੱਚ ਕੋਈ ਚੀਜ਼ ਸ਼ਬਦ ਹੈ, ਤਾਂ ਫਿਰ ਇਹ ਕੀ ਕਰਾਉਂਦੀ ਹੈ? ਤਾਂ ਜਿਹਨੂੰ ਇਹ ਪਤਾ ਲੱਗ ਗਿਆ ਕਿ ਇਹ ਤਟਸਥ ਲੱਛਣਾਂ ਕਰਾ ਰਹੀ ਹੈ, ਤਟਸਥ ਲੱਛਣਾਂ ਸਮਝਦੇ ਆ, 90% ਤਾਂ ਕਹਿਣਗੇ ਵੀ ਨਹੀਂ ਪਤਾ। ਤੇ ਫਿਰ ਉੱਥੇ ਜਾਂਦੇ ਆ ਪਾਠ ਸੁਣਨ, ਆਵਾਸੀਆਂ ਲੈ ਕੇ ਆ ਜਾਂਦੇ। ਨਾ ਤੁਹਾਨੂੰ ਸਰੂਪ ਲੱਛਣਾਂ ਦਾ ਪਤਾ ਹੈ, ਨਾ ਤਟਸਥ ਲੱਛਣਾਂ ਦਾ ਪਤਾ, ਨਾ ਜੈਤ ਲੱਛਣਾਂ ਦਾ ਪਤਾ ਹੈ, ਨਾ ਅਜੈਤ ਲੱਛਣਾਂ ਦਾ ਪਤਾ ਹੈ। ਤਾਂ ਕੀ ਪੜਿਆ? ਇੱਕ ਨੂੰ ਇੱਥੇ ਮੈਂ ਸਵਾਲ ਬਾਬਾ ਜੀ ਦੇ ਪੁੱਛ ਲਈਏ, ਮੈਂ ਪੁੱਛ ਬੈਠਾ, ਗਲਤੀ ਹੈ ਵੈਸੇ ਤਾਂ ਮੇਰੀ। ਮੈਂ ਆਖਿਆ ਬਾਬਾ ਜੀ, ਜਿਹੜੇ ਸਵੇਰੇ ਬਾਣੀ ਦੇ ਵਿੱਚ ਕਬੀਰ ਜੀ ਦੇ ਸ਼ਲੋਕ ਪੜ੍ਹਦੇ ਹੋ ਤੁਸੀਂ ਆ, ਅੱਜ ਪਤਾ ਲੱਗਿਆ। ਹਾਂਜੀ ਹਾਂ, ਦਾਸ ਹੀ ਹੈ। ਅੱਛਾ, ਬੜੀ ਖੁਸ਼ੀ ਹੈ। ਆ ਗਿਆ ਉੱਤੋਂ ਦੀ ਗਾੜਾ ਕੱਢ ਕੇ। ਮੈਂ ਆਖਿਆ ਜੀ ਤੁਸੀਂ ਤਾਂ ਬੜੇ ਵਿਦਵਾਨ ਆ, ਇਸੇ ਬਾਣੀ 'ਚ ਇੱਕ ਹੋਰ ਆਉਂਦਾ ਹੈ। ਆਖੇ ਪੁੱਛ ਲਓ। ਮੈਂ ਕਿ ਗੁਰਬਾਣੀ 'ਚ ਕਿਹਾ ਕਿ ਸਾਗਰ ਮਹਿ ਬੂੰਦ ਬੂੰਦ ਮੈਂ ਸਾਗਰ, ਕਮਣ ਬੁਝੇ ਵਿਦ ਜਾਣਾ, ਉਤ ਪੁਜ ਚਲ ਤਾਂ ਆਪ ਕਰ ਚੀਨਾ, ਆਪੇ ਤਤ ਪਛਾਣਾ, ਐਸਾ ਗਿਆਨ ਵਿਚਾਰੇ ਕੋਈ, ਤਾਂ ਤੇ ਮੁਕਤ ਪਰਮਗਤ ਹੋਈ। ਇਹ ਐਸਾ ਗਿਆਨ ਜਿਹੜੋ ਬਾਣੀ ਬੋਲਦੀ, ਇਹਨੂੰ ਵਿਚਾਰਨੇ ਸੇ ਮੁਕਤੀ ਹੈ। ਇਹ ਬਾਣੀ ਦਾ ਹੀ ਬੋਲ ਹੈ, ਗੁਰੂਆਂ ਦੇ ਹਿਰਦੇ ਦਾ ਵਿਵੇਕ। ਤੇ ਅਖੀਰੀ ਜੀ ਅਸੀਂ ਤਾਂ ਪਾਠ ਹੀ ਕਰ ਸਕਦੇ ਹਾਂ। ਸਮਝਣਾ ਚਾਹੀਦਾ। ਮੈਂ ਕਿਹਾ ਬਜ਼ੁਰਗੀ 'ਚ ਆ ਗਏ, ਤੁਹਾਨੂੰ ਕੁਛ ਤਾਂ ਫੁਰਨਾ ਚਾਹੀਦਾ। ਤਾਂ ਇੱਥੋਂ ਰਹੇਗੀ ਕਿ ਆਪਾਂ ਵਿਚਾਰ ਕੀਤੀ ਸੀ ਵੀ ਬਾਹਰ ਦੇ ਜਿਹੜੀਆਂ ਕਿਤਾਬਾਂ, ਨਾਵਲ ਆਦਿ ਕਈ ਹਨ, ਇਤਿਹਾਸ, ਕੁਛ ਵੀ ਸਾਹਿਤ ਜਿਹਦੇ ਬਾਰੇ ਬੋਲਦੀ ਹੈ, ਉਹਦੇ 'ਚ ਉਹ ਨਾ ਕੋਈ ਨਹੀਂ ਗਾ, ਨਾ ਪੂਰਨ ਭਗਤ ਉਹਦੇ 'ਚ ਹੈ, ਨਾ ਰਾਣੀ ਸੁੰਦਰਾਂ ਉਹਦੇ 'ਚ ਹੈ। ਤੇ ਜਿਹੜਾ ਕੋਈ ਗੁਰੂ ਗ੍ਰੰਥ ਸਾਹਿਬ ਦੀ ਮਹਿਮਾ ਐਡੀ ਹੈ, ਗੀਤਾ ਆਦਿ ਮਹਾਨ ਗ੍ਰੰਥਾਂ ਦੀ ਉਪਮਾ ਇਹਨਾਂ ਕਰਕੇ ਵੀ ਰਾਜ ਭੁਜੰਗ ਨਹੀਂ, ਉਹ ਰਾਜ ਭੁਜੰਗ ਜਿਹੜਾ ਉਹਨਾਂ ਕਿਹਾ, ਉਸ ਦੀ ਲਕਸ਼ਣਾ ਕਰਨੀ ਪਏਗੀ। ਜੈਸੇ ਰਜੂ ਦੇ ਵਿੱਚ ਸਰਪ ਦੀ ਪ੍ਰਤੀਤੀ ਹੋ ਰਹੀ ਵਸਤੂਆਂ ਦੋ ਹੈ, ਇੱਕ ਰੱਸੀ ਹੈ, ਇੱਕ ਸਰਪ ਹੈ। ਦੋ ਨਾਮ ਲੈ ਕੇ ਬੋਲੋਗੇ। ਇਹ ਕੀ ਹੈ ਜੀ? ਇਹ ਰੱਸਾ ਹੈ। ਇਹ ਕੀ ਹੈ ਜੀ? ਇਹ ਸਰਪ ਹੈ। ਦੋ ਪਾਸੇ ਰੱਖ ਲਓ, ਰੱਸੇ ਦਾ ਟੋਟਾ ਰੱਖ ਲਓ, ਇੱਧਰ ਸਰਪ ਰੱਖ ਲਓ, ਤਾਂ ਤੁਸੀਂ ਦੋ ਨਾਂ ਲਓਗੇ।
ਵੀ ਇਹ ਰੱਸਾ ਹੈ, ਇਹ ਸਰਪ ਹੈ। ਇਹ ਬਾਤ ਠੀਕ ਹੈ। ਜਿਹੜਾ ਤੁਹਾਨੂੰ ਭਰਮ ਕਰਕੇ ਜਿਸ ਨੂੰ ਸੰਸਰਗ ਅਧਿਆਸ ਕਿਹਾ, ਉਹ ਸੰਸਰਗ ਅਧਿਆਸ ਕਰਕੇ ਰੱਸੀ ਤੇ ਸਰਪ ਜਿਹੜੇ ਦੋ ਸੀ ਦੋਨੋਂ ਇੱਕ ਰੂਪ ਹੋ ਕਰਕੇ ਦਿਸਦੇ ਆ। ਜਿਹੜਾ ਦੂਜਾ ਭਰਮ ਮਾਤਰ ਇਹਨਾਂ ਚੋਂ ਕਿਹੜਾ, ਤਾਂ ਤੁਸੀਂ ਇਹ ਕਹੋਗੇ भी स्थूल दृष्टि से देखिए तो सर्प भरम मात्र है ते रस्सी व्यवहारक है। ते व्यवहारक वस्तु नो भरम वाली वस्तु लुकोई बैठी है। ਜਿਹੜਾ ਰੱਸੀ 'ਚ ਸਰਪ ਭਰਮ ਮਾਤਰ ਦਰਸ਼ਨ ਉਹਦੇ ਹੁੰਦੇ, ਉਹਦੇ ਨੇੜੇ ਕੋਈ ਨਹੀਂ ਜਾ ਰਿਹਾ, ਛੂੰਹਦਾ ਕੋਈ ਨਹੀਂ। ਰੱਸੀ ਵਿਹਾਰਕ ਸਰਪ ਭਰਮ ਮਾਤਰ। ਜੇਕਰ ਸਰਪ ਭਰਮ ਮਾਤਰ ਹੈ ਤਾਂ ਆਚਰਜ ਹੈ ਕਿ ਭਰਮ ਮਾਤਰ ਦੇ ਦਰਸ਼ਨ ਹੁੰਦੇ ਤੇ ਜਿਹੜੀ ਵਿਹਾਰਕ ਵਸਤੂ ਉਹ ਛੁਪਦੀ। ਜਿਹਦੇ ਬਾਰੇ ਰਾਜ ਭੁਜੰਗ ਬੋਲਿਆ ਗਿਆ ਉਹ ਕੀ ਹੈ? ਇਹ ਸਰੀਰ ਹੈ ਜਿਹੜਾ, ਇਹਦੇ ਬਾਰੇ ਮੈਂ ਹਾਲੇ ਫੇਰ ਦੱਸੋ, ਪਿੱਛੇ ਪਰਤੋ ਕਿ ਜਿੰਨੇ ਨਾਵਲ ਕਹਾਣੀਆਂ ਸੀਗੀਆਂ ਦ੍ਰਿਸ਼ਟਤਾ ਤੇ ਭਿੰਨਤਾ ਹੈ। ਇਹਨਾਂ ਸਾਰਿਆਂ ਦਾ ਦ੍ਰਿਸ਼ਟਾ ਭਿੰਨ ਹੈ। ਤੇ ਜਹਾਂ ਹੋਏ ਚੇਤਨ ਆਧਾਰਾ ਤਹਾਂ ਨ ਦ੍ਰਿਸ਼ਟਾ ਹੋਏ ਨਿਆਰਾ। ਅਸੀਂ ਇੱਥੇ ਆ ਜਾਓ, ਜਿਹੜਾ ਨਾਨਕ ਜੀ ਦੀ ਮਹਾਰਾਜ ਦੀ ਬਾਣੀ 'ਚ ਇੱਕ ਕਿਹਾ ਤੇ ਅੱਗੇ ਓਮਕਾਰ ਲਿਖਿਆ। ਇਹ ਇੱਕ ਤੇ ਓਮਕਾਰ ਹੈ ਜਿਹੜੇ ਕਿ ਇਹ ਜਿਵੇਂ ਰਾਂਝਾ ਹੀਰ ਵਾਰਤ ਸ਼ਾਹ ਦੀ ਕਿਤਾਬ ਵਿੱਚ ਆਉਂਦੇ ਆ, ਲੇਲਾ ਮਜਨੂ ਆਉਂਦੇ ਉਹ ਕਿਤਾਬਾਂ 'ਚ, ਕਿ ਇੱਕ ਤੇ ਓਮਕਾਰ ਜਿਹੜਾ ਬੋਲਦਾ ਇਹ ਕਿਹਦੀ ਗੱਲ ਇਉਂ ਕਰਦਾ, ਇਹ ਕਿਸ ਦਾ ਪ੍ਰਤੀਪਾਦਨ ਕਰਦਾ। ਇੱਥੇ ਹੋਏਗਾ ਸਜੀ ਦੇ ਸਰੂਪ ਲਕਸ਼ਣਾ ਹੈ। ਇਹ ਵੀ ਓਮਕਾਰ ਹੈ ਜਿਹੜਾ ਇੱਕ ਓਮਕਾਰ ਤਟਸਥ ਹੋ ਕਰਕੇ ਸਰੂਪ ਲਕਸ਼ਣ ਦੀ ਬੋਧ ਕਰਾਉਂਦਾ ਹੈ। ਤਾਂ ਇਹ ਕਹਿੰਦਾ ਹੈ ਕਿ ਜਿਹਦੇ ਬਾਰੇ ਮੈਂ ਪ੍ਰਤੀਪਾਦਨ ਕਰ ਰਿਹਾ, ਉਹ ਵਸਤੂ ਨੂੰ ਜਦ ਤੂੰ ਪਹਿਚਾਨ ਲੇਗਾ ਤੇ ਮੈਂ ਬੋਲਣ ਵਾਲਾ ਉਸੇ ਵਕਤ ਅਧਿਅਸਤ ਹੋ ਜਾਣਾ। ਕਿਉਂ? ਇੱਕ ਕਿਹਾ, ਇੱਕ ਤਾਂ ਉਹ ਕਿ ਜਿਹਦੇ ਬਾਰੇ ਇਹਨੇ ਪ੍ਰਤੀਪਾਦਨ ਕੀਤਾ ਉਹ ਵੀ ਬਣਿਆ ਤੇ ਇਹ ਵੀ ਬਣਿਆ, ਤਾਂ ਫਿਰ ਦੋ ਹੋ ਗਏ। ਇੱਕ ਪਾਸੇ ਓਮਕਾਰ ਵੀ ਪਿਆ ਤੇ ਇੱਕ ਪਾਸੇ ਇੱਕ ਵੀ ਪਿਆ, ਤਾਂ ਇੱਕ ਕਾਹਦਾ ਹੋਇਆ? ਇਹ ਤਾਂ ਦੋ ਹੈ। ਫਿਰ ਇਹ ਸਮਝਣਾ ਪਏਗਾ ਗੁਰੂਆਂ ਨੇ ਓਮਕਾਰ ਵੀ ਕਿਹਾ ਤੇ ਇੱਕ ਵੀ ਕਿਹਾ। ਇਹਦੇ ਵਿੱਚ ਇਹ ਸਾਨੂੰ ਪਰਤਾਲਣਾ ਪਏਗਾ ਵੀ ਇਹ ਖਾਲਾ ਜੀ ਦਾ ਵਾੜਾ ਨਹੀਂ ਗਾ ਚੜ ਕੇ ਚੌਂਕੜੀ ਮਾਰ ਕੇ ਹਰੇਕ ਬਹਿ ਗਿਆ। ਨਹੀਂ, ਇਹ ਬ੍ਰਹਮ ਵਿਦਿਆ ਜਿਹੜਾ ਪ੍ਰਤੀਪਾਦਨ ਕਰ ਰਿਹਾ, ਇਹ ਤਟਸਥ ਲਕਸ਼ਣਾਂ ਨੂੰ ਪਿੱਛੇ ਹਟਾ ਦਿਓ। ਇਹਦਾ ਆਧਾਰ ਚੇਤਨ ਹੈ। ਓਮਕਾਰ ਹੈ ਜਿਹੜਾ, ਇਹਦੇ ਚ ਆਇਆ, ਆਪਾਂ ਪਰਸੋਂ ਚੌਥੇ ਪੜ੍ਹੇ ਹੈ, ਅਖੇ ਓਮਕਾਰ ਆਦਮਾ ਜਾਣਾ। ਇਹ ਬਾਣੀ ਦਾ ਵਿਚਾਰ ਹੈ ਅਰ ਬੋਲਿਆ।
ਓਮਕਾਰ ਆਦਮਾ ਜਾਣੈ। ਤੇ ਇੱਕ ਪਾਸੇ ਕਹਿੰਦਾ ਲਿਖ ਹਰ ਮੇਟਾ ਤਾਹੇ ਨ ਮੰਨੈ। ਕਿਉਂ? ਲਿਖ ਮੇਟਾ ਜਿਹੜਾ ਜਦੋਂ ਆਦਿ ਸ਼ੈਤਾਨ ਓਮਕਾਰ ਨੂੰ ਪਹਿਚਾਨ ਲਿਆ, ਇਹ ਉਸੇ ਵੇਲੇ ਅਧਿਆਸਤ ਹੋਣ ਨੂੰ ਤਿਆਰ ਹੈ। ਉਹਨੇ ਕਿਹਾ ਸੀ ਜਦੋਂ ਤੂੰ ਰੱਸੀ ਨੂੰ ਪਹਿਚਾਨ ਲਿਆ, ਸਰਪ ਉਸੇ ਵੇਲੇ ਮਿੱਥਿਆ ਹੋਣ ਨੂੰ ਤਿਆਰ ਬੈਠਾ, ਉਹਦੀ ਹੋਂਦ ਹੀ ਹੈ ਨਹੀਂ। ਜਿਹੜਾ ਗੁਰੂਆਂ ਨੇ ਕਿਹਾ ਸੀ ਰਾਜ ਭੁਜੰਗ, ਰੱਜੂ ਦੇ ਵਿੱਚ ਜਿਹੜਾ ਤੁਹਾਨੂੰ ਸਰਪ ਮਾਲਮ ਪੜਦਾ ਸੀ, ਇਹ ਉਹਨਾਂ ਚਿਰ ਮਾਲਮ ਪੜਦਾ ਸੀ ਜਿੰਨਾ ਚਿਰ ਰੱਸੀ ਦੇ ਸਰੂਪ ਨੂੰ ਨਹੀਂ ਪਕੜਦੇ ਸੀ, ਪਹਿਚਾਣਦੇ। ਤੇ ਜਿਹੜੇ ਇਹ ਅਕਸ਼ਰ ਹੈ, ਇਹ ਉਹਨਾਂ ਚਿਰ ਸੱਤ ਮਾਲਮ ਪੜਦੇ ਐ ਕਿ ਜਿਹਦਾ ਸੱਤ ਵਸਤੂ ਦਾ ਪ੍ਰਤੀਪਾਦਨ ਕਰਦੇ, ਜਿੰਨਾ ਚਿਰ ਉਹ ਸੱਤ ਵਸਤੂ ਨੂੰ ਨਹੀਂ ਪਹਿਚਾਣਦੇ। ਜਦੋਂ ਸੱਤ ਵਸਤੂ ਦਾ ਪ੍ਰਤੀਪਾਦਨ ਕਰਦੇ, ਫਿਰ ਗੁਰੂਆਂ ਦਾ ਮਾਇਨਾ ਕੀ? ਅਖੇ ਸਾਡਾ ਲੇਖ ਜਿੰਨਾ ਕੁਛ ਅਖੇ ਰਾਜ ਭੁਜੰਗ ਪ੍ਰਸੰਗ ਜੈਸੇ। ਜਿਵੇਂ ਰੱਸੀ ਦੀ ਤੇ ਸਰਪ ਦੀ ਏਕਤਾ ਹੈ, ਜਿਸ ਬਾਣੀ ਮੇਰੀ ਗੁਰੂ ਜੀ ਕਹਿੰਦੇ ਲਿਖੀ ਹੋਈ ਉਸ ਵਸਤੂ ਦਾ ਪ੍ਰਤੀਪਾਦਨ ਕਰਦੀ ਹੈ ਕਿ ਜਿਹਦੇ ਵਿੱਚ ਜਗਤ ਨਾਮ ਦੀ ਕੋਈ ਚੀਜ਼ ਨਹੀਂ ਗੀ। ਜਗਤ ਐ ਮਾਲਮ ਪੜਦਾ ਜਿਵੇਂ ਸਰਪ ਹੈ, ਤੇ ਉਹ ਵਸਤੂ ਐ ਮਾਲਮ ਪੜਦੀ ਜਿਵੇਂ ਰਸਜੂ ਹੈ। ਤੇ ਜਿਹੜੀ ਆਦਿ ਸ਼ੈਤਾਨ ਵਸਤੂ ਹੈ, ਉਸ ਦੇ ਵਿੱਚ ਇਹ ਹੋਏਗਾ ਕਿ ਰੱਸੀ ਕਿੱਥੋਂ ਨਿਕਲੀ ਜੀ? ਤਾਂ ਤੁਹਾਨੂੰ ਕਹਿਣਾ ਪਏਗਾ ਰੱਸੀ ਘਾਹ ਫੂਸ ਸੀ ਜਿਹੜਾ ਧਰਤੀ ਚੋਂ ਨਿਕਲਿਆ। ਤੇ ਘਾਹ ਫੂਸ ਦੀ ਵੱਟੀ ਹੋਈ ਰੱਸੀ ਉਹ ਧਰਤੀ ਤੇ ਰੱਖੀ ਪਈ ਦੀਦੀ ਹੈ, ਤੇ ਉਸ ਧਰਤੀ ਦੇ ਉੱਤੇ ਪਈ ਹੋਈ ਰੱਸੀ ਦੇ ਵਿੱਚ ਸਰਪ ਦੀਦਾ। ਉਸ ਰੱਸੀ ਦਾ ਉਪਾਦਾਨ ਕੌਣ ਹੈ? ਸਰਪ ਦਾ ਉਪਾਦਾਨ ਕੌਣ ਹੈ? ਤਾਂ ਇਹਦੇ ਚੋਂ ਇਹ ਵਿਚਾਰਨਾ ਪਏਗਾ। ਰੱਸੀ ਵਿਹਾਰਕ ਹੈ, ਸਰਪ ਦੀ ਸਤਾ ਪ੍ਰਤਿਭਾਸਕ ਹੈ, ਤੇ ਪ੍ਰਿਥਵੀ ਦੀ ਸਤਾ ਜੜ ਹੈ। ਪ੍ਰਿਥਵੀ ਜੜ ਹੈ। ਪ੍ਰਿਥਵੀ ਨੂੰ ਇਹ ਪਤਾ ਹੈ ਵੀ ਮੇਰੇ ਉੱਤੇ ਘਾਹ ਉੱਗ ਰਿਹਾ। ਘਾਹ ਨੂੰ ਪਤਾ ਹੈ ਮੇਰੀ ਰੱਸੀ ਵੱਟੀ ਗਈ। ਰੱਸੀ ਨੂੰ ਪਤਾ ਵੀ ਮੇਰੇ 'ਚ ਇੱਕ ਸਰਪ ਦਿਸਦਾ ਕਿਸੇ ਨੂੰ। ਤਾਂ ਕਿਸ ਨੂੰ ਦਿਸ ਰਿਹਾ? ਧਰਤੀ ਵੱਡੀ ਕਿ ਘਾਹ ਫੂਸ ਵੱਡਾ ਕਿ ਜਿਹੜਾ ਸਰਪ ਦਿਸ ਰਿਹਾ ਵੱਡਾ? ਤਾਂ ਫਿਰ ਵੇਖਣਾ ਪਏਗਾ ਕਿਸ ਦੀ ਮਹਿਮਾ ਹੈ। ਤਾਂ ਅੰਤ ਨੂੰ ਇਹ ਹੋਏਗਾ ਕਿ ਜਿਹਨੂੰ ਦਿਸਦਾ ਹੈ ਉਹਦੀ ਮਹਿਮਾ ਹੈ। ਉਹ ਕੌਣ ਹੈ? ਉਹ ਚੇਤਨ ਹੈ। ਉਹ ਚੇਤਨ ਕੌਣ ਹੈ? ਜਿਹਨੂੰ ਨਾਨਕ ਜੀ ਨੇ ਕਿਹਾ ਇੱਕ। ਉਹ ਇੱਕ ਦੇ ਵਿੱਚ ਜਿਸਨੂੰ ਓਮਕਾਰ ਬੋਲਦੇ ਹੈ, ਇਹ ਓਮਕਾਰ ਐ ਮਾਲਮ ਪੜ ਰਿਹਾ ਜਿਵੇਂ ਰੱਸੀ ਦੇ ਵਿੱਚ ਸਰਪ ਦੰਡ ਮਾਲਾ ਮਾਲਮ ਪੜ ਰਹੇ ਆ। ਤਾਂ ਅਸੀਂ ਇਸ ਚੀਜ਼ ਨੂੰ ਪਕੜਨਾ ਵੀ ਉਹ ਇੱਕ ਨੂੰ ਜਾਣੇ ਤੋਂ ਬਿਨਾ, ਉਹ ਇੱਕ ਕੀ ਹੈ ਜੇ ਜਾਣੀਏ ਤਾਂ ਇਹਦਾ ਇਹ ਸਾਨੂੰ ਲਾਭ ਹੋਏਗਾ ਕਿ ਜੇ ਜਾਣੇ ਤੋਂ ਆਪ। ਆਪ ਤੁਸੀਂ ਕਿਹਨੂੰ ਕਹਿੰਦੇ? ਵੀ ਗਿਆਨ ਚੰਦ ਤੈਨੂੰ ਕੋਈ ਲਿਆਇਆ ਅੱਜ? ਇਹ ਕੀ ਦੇਗਾ ਉੱਤਰ? ਨਹੀਂ, ਮੈਂ ਆਪ ਹੀ ਆਇਆ। ਜਿਹਨੂੰ ਤੂੰ ਆਪ ਬੋਲਿਆ, ਆਪ ਤੂੰ ਕਿਸ ਨੂੰ ਕਹਿ ਰਿਹਾ?
ਤਾਂ ਆਪ ਦਾ ਤਾਂ ਮੈਨੂੰ ਨਹੀਂ ਪਤਾ। ਤੇ ਗੁਰੂਆਂ ਦੇ ਬਰਾਬਰ ਸੰਤ ਕਬੀਰ ਜੀ ਬੋਲ ਕੇ ਆਖੇ ਲੋग ਕਿਆ ਕਰਦੇ, ਆਖੇ ਆਪ ਕਾ ਮਰਮ ਨਾ ਜਾਣਾ ਹੈ ਤੇ ਬਾਤਨ ਹੀ ਬੈਕੁੰਠ ਬਖਾਨਾ। ਵੱਡੀਆਂ 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 ਗੱਲਾਂ ਕਰਦੇ, ਆ ਜਾਓ ਬੈਕੁੰਠ ਚ ਚਲੇ ਜਾਈਦਾ। ਉਹ ਤੈਨੂੰ ਆਪਣਾ ਨਹੀਂ ਪਤਾ, ਤਾਂ ਆਪਣਾ ਨਹੀਂ ਪਤਾ ਤਾਂ ਫਿਰ ਇਹ ਹੋਏਗਾ ਕਿ ਲੈ ਕੌਣ ਨਹੀਂ ਆਪ ਨੂੰ ਜਾਣਦਾ। ਤੁਸੀਂ ਜਿਹੜੇ ਬੈਠੇ ਆ, ਤੁਸੀਂ ਵਿਦਾਂਤ ਦਾ ਸੋਏ ਅਧਿਆਇ ਕਰਦੇ ਆ, ਤੁਸੀਂ ਬੋਲ ਪਾਓਗੇ ਔਰ ਮੈਨੂੰ ਵੀ ਟੋਕ ਦਿਓਗੇ, ਕਿਉਂਕਿ ਤੁਸੀਂ ਵੀ ਉਹ ਚੀਜ਼ ਨੂੰ ਜਾਣਦੇ ਆ ਜਿਹੜੇ। ਤੇ ਜਿਹੜੇ ਨਹੀਂ ਜਾਣਦੇ ਉਹ ਟੋਕਣ ਦੀ ਕੋਸ਼ਿਸ਼ ਨਾ ਕਰਨ, ਉਹ ਜਾਣਨ ਦੀ ਕੋਸ਼ਿਸ਼ ਕਰਨ। ਤਾਂ ਜਦੋਂ ਜਾਣ ਲਿਆ, ਜਦੋਂ ਕਿਹਾ ਕਿ ਜੇ ਜਾਣਿਆ ਤਾਂ ਆਪ ਹੈ, ਜਦੋਂ ਜਾਣ ਲਿਆ ਤਾਂ ਕੌਣ ਨਿਕਲਿਆ ਜਿਹਨੂੰ ਜਾਣਨਾ ਸੀ? ਆਪ। ਤੇ ਨਾ ਜਾਣੇ ਤਾਂ ਫਿਰ ਵੀ ਆਪ। ਪਰ ਬਾਤ ਤਾਂ ਇਹ ਰਹਿ ਗਈ ਵੀ ਆਪ ਨੂੰ ਤੂੰ ਜਾਣਿਆ, ਮੈਂ ਜਾਣਦਾ ਆਪ ਨੂੰ। ਜਿਹੜਾ ਤੂੰ ਆਪ ਨੂੰ ਜਾਣਦਾ, ਤੂੰ ਇਹ ਕਦੇ ਵਿਚਾਰਿਆ ਵੀ ਅਸਲ ਦੇ ਵਿੱਚ ਬਈ ਤੂੰ ਸਕੂਟਰ ਤੇ ਆਇਆ ਕਿ ਸਾਈਕਲ ਤੇ ਆਇਆ? ਤਾਂ ਫਿਰ ਕਹੇਗਾ ਨਹੀਂ ਮੈਂ ਆਪ ਹੀ ਹੌਲੀ ਹੌਲੀ ਤੁਰਿਆ ਆਇਆ। ਤਾਂ ਇਹ ਪਤਾ ਲੱਗਦਾ ਵੀ ਤੂੰ ਲੱਤਾਂ ਬਾਹਾਂ ਵਾਲੇ ਨੂੰ ਆਪ ਮੰਨਦਾ। ਝੂਠ 100 ਬੋਲੀ। ਤੂੰ ਜਦੋਂ ਕਹਿੰਦਾ ਨਾ ਮੈਂ ਆਪੇ ਹੌਲੀ ਹੌਲੀ ਆਇਆ, ਤਾਂ ਤੂੰ ਐਸਾ ਹੱਡ ਮਾਸ ਵਾਲੇ ਨੂੰ ਆਪ ਮੰਨਦਾ। ਇਹ ਹੱਡ ਮਾਸ ਦੀ ਜਿਹੜੀ ਬਾਡੀ ਹੈ, ਇਸ ਨੂੰ ਕੋਈ ਭੈਣ ਆ ਉਹ ਕਹਿੰਦੀ ਭਰਾ ਹੈ, ਤਾਇਆ ਕਹਿੰਦਾ ਮੇਰਾ ਭਤੀਜਾ ਹੈ, ਬਾਪ ਕਹਿੰਦਾ ਮੇਰਾ ਬੇਟਾ ਹੈ, ਭਾਈ ਕਹਿੰਦਾ ਮੇਰਾ ਬੜਾ ਛੋਟਾ ਭਰਾ ਹੈ। ਇਤਿਹਾਦਕ ਲੈ ਕੇ ਮਾਸੀ ਕਹਿੰਦੀ ਮੇਰਾ ਭਾਣਜਾ ਹੈ, ਮਾਮਾ ਕਹਿੰਦਾ ਭਾਣਜਾ ਹੈ। ਤੇ ਇਹ ਜਿਹਨੂੰ ਕਹਿੰਦਾ ਆਪ ਆਇਆ ਤੁਰ ਕੇ, ਇਹਨੂੰ ਇੰਨਾ ਕੁਛ ਕਹਿੰਦੇ, ਕੋਈ ਭਤੀਜਾ, ਬੇਟਾ, ਭਾਣਜਾ, ਤਾਇਆ ਆਦਿ ਕਹੀ ਜਾਂਦੇ ਐ। ਅਸਲ ਚ ਤੂੰ ਕੀ ਹੈ? ਕੋਈ ਨਿਰਣਾ ਦਾ ਘਰ ਵੀ ਇੰਨਿਆਂ ਚੋਂ ਹੈ ਕਿ ਤੂੰ? ਤਾਂ ਜੇ ਕੋਈ ਫੁੱਫੜਾ ਦਾ ਤਾਂ ਆਖ ਦਿਨਾ ਹਾਂ, ਤਾਇਆ ਕਹਿੰਦਾ ਤਾਂ ਕਹਿ ਦਿਨਾ ਹਾਂ, ਜੇ ਭਤੀਜਾ ਕਹਿੰਦਾ ਤਾਂ ਕਹਿ ਦਿਨਾ ਹਾਂ, ਜੇ ਕੋਈ ਮਾਸੜ ਆਖ ਦਿੰਦਾ ਤਾਂ ਫਿਰ ਹਾਂ ਕੇ ਖੁਸ਼ ਹੋ ਜਾਣਾ। ਉਹ ਤੂੰ ਹੈ ਕੀ? ਇਹ ਪਤਾ ਲੱਗੇਗਾ ਬਸ। ਅਸਲ ਦੇ ਵਿੱਚ ਇਹ ਪਤਾ ਲੱਗੇਗਾ ਕਿ ਜਿਵੇਂ ਗਾਈਆਂ ਮਈਆਂ ਫਿਰਦੀਆਂ, ਉਹਨਾਂ ਨੂੰ ਵੀ ਨਹੀਂ ਪਤਾ ਮੈਂ ਕੀ ਹਾਂ। ਪਸ਼ੂਆਂ ਨੂੰ ਨਹੀਂ ਪਤਾ, ਪੰਛੀਆਂ ਨੂੰ ਨਹੀਂ ਪਤਾ। ਤੇ ਇਹ ਜਿਹੜੇ ਮਨੁੱਖ ਦੀ ਗ੍ਰੰਥਾਂ 'ਚ ਪ੍ਰਤਿਸ਼ਠਾ ਹੈ, ਮਹਿਮਾ ਹੈ, ਇਹਨੂੰ ਵੀ ਨਹੀਂ ਪਤਾ ਮੈਂ ਕੀ। ਤਾਂ ਫਿਰ ਕਾਦੇ ਬਰਾਬਰ ਇਹਦੀ ਸੰਗਿਆ? ਇਸ ਨੂੰ ਕਾਸ ਦੇ ਬਰਾਬਰ ਬੋਲੋਗੇ। ਤਾਂ ਗੁਰੂਆਂ ਨੇ ਇਹਨੂੰ ਆਖਿਆ ਅਸੀਂ ਇਹ ਵੀ ਬਤਾ ਦਿੰਨੇ, ਕਿਉਂਕਿ ਮੇਰਾ ਤੁਸੀਂ ਗੁੱਸਾ ਕਰ ਜਾਓਗੇ। ਕਰ ਲੋ, ਗੁਰੂਆਂ ਦਾ ਤਾਂ ਨਹੀਂ ਕਰਦੇ। ਤਾਂ ਗੁਰੂ ਕਹਿੰਦੇ ਆਵਣ ਆਏ ਜਗਤ ਮੇਂ, ਆ ਗਏ। ਕੋਈ ਸੰਸਕਾਰਾਂ ਦਾ ਸਮਾਂ ਬਣ ਗਿਆ, ਸੰਜੋਗ ਸੰਬੰਧ ਸੇ ਆ ਗਏ। ਆਵਣ ਆਏ ਜਗਤ ਮੇਂ ਤੇ ਬਿਨ ਬੂਝੇ ਪਸ਼ੂ ਢੋਰ। ਗੁਰੂਆਂ ਨੇ ਤਾਂ ਸੱਚੇ ਮੰਨਣਾ ਪਊ ਵੀ ਸਾਨੂੰ ਪਸ਼ੂ ਢੋਰ ਹੀ ਕਿਹਾ। ਤੇ ਆਪਣੇ ਆਪ ਨੂੰ ਕੋਈ ਕਿ ਨਾਨਕ ਜੀ ਨੇ ਕਿਹਾ
ਚੰਗਾ ਨਾਉ ਰਖਾਏ ਕੇ ਜਸ ਕੀਰਤ ਜਗ ਲੈ। ਲੈ ਲਾ ਮਹਿਮਾ 4 ਦਿਨ ਦੀ, ਲੋਕਾਂ ਤੋਂ ਕੋਈ ਚੰਗਾ ਨਾ ਰਖਾ ਲਾ, ਪਰ ਤੂੰ ਆਪ ਕੁਛ ਰਖਾ ਲਾ। ਗੁਰੂਆਂ ਨੇ ਕਿਹਾ ਹੈ, ਉਸ ਸਤਾ ਨੂੰ ਜਾਣੇ ਪਛਾਣੇ ਤੋਂ ਬਿਨਾ ਢੋਰ। ਤਾਂ ਇਹ ਅਸੀਂ ਵੇਖਣਾ ਯਾਰ, ਸਾਨੂੰ ਗੁਰੂ ਜਿਨ੍ਹਾਂ ਨੇ ਐਡੀ ਬਾਣੀ ਸਾਡੇ ਪਾਰ ਉਤਾਰੇ ਵਾਸਤੇ ਬਣਾਈ ਰਚੀ, ਉਹ ਸਾਨੂੰ ਢੋਰ ਕਹਿੰਦੇ ਆ। ਜਿਸ ਦੇ ਬਾਣੀ ਦੇ ਦੁਆਰਾ ਉਹ ਲਾਭ ਲੈ ਕੇ ਉਸ ਤੇ ਜਾ ਵੜੇ, ਫੇਰ ਤੈਨੂੰ ਢੋਰ ਨਹੀਂ ਕਹਿਣਗੇ। ਜਗਤ ਦੇ ਜਨਤਾ ਦੇ ਜੀ ਇਹਨਾਂ ਤੋਂ ਆਪਣੀ ਤੁਲਨਾ ਕਰਾਉਣਾ ਤਾਂ ਇਹ ਹੋਏਗਾ। ਸੁਰਤੀ ਸ਼ਾਸਤਰ ਕਹਿੰਦਾ, ਏ ਭਲਿਆ ਕਿੱਥੇ ਖੜੋਤਾ। ਇਹ ਜਿੰਨੇ ਸਰੀਰ ਦੇ ਸੰਬੰਧ ਜੋੜ ਕੇ ਤਾਇਆ ਭਤੀਜਾ ਚਾਚਾ ਮਾਸੀ ਨਾਨਾ ਆਦਿ ਜਿੰਨੇ ਇਹ ਜੁੜੇ ਹੈ, ਇਹ ਸਰੀਰ ਨਾਲ ਕੋਈ ਵੀ ਸੰਬੰਧੀ ਨਹੀਂ। ਇਹਦੇ ਕੀ ਸੰਬੰਧ? ਕੁਛ ਹੈ ਇੰਨੇ ਨਾਵਾਂ ਵਾਲੇ ਹੈ ਜਿਹੜੇ ਕਿਸੇ ਨਾਲ ਇਹਦਾ ਕੀ ਸੰਬੰਧ ਹੈ? ਵਿਚਾਰ ਇਹ ਨਿਕਲੇਗਾ ਵੀ ਜੇ ਇਸ ਸਰੀਰ ਦਾ ਤੂੰ ਕਹੋ ਪ੍ਰਸ਼ਨ, ਜੀ ਜਿਹੜਾ ਤਾਇਆ ਕਹਿੰਦਾ ਉਹਦੇ ਨਾਲ ਕੋਈ ਸੰਬੰਧ ਨਹੀਂ, ਮਾਮਾ ਫੁੱਫੜ ਮਾਸੀ ਨਾਨਾ ਦਾ ਦੋਤਾ ਦਾ ਕੋਈ ਸੰਬੰਧ ਹੀ ਨਹੀਂ, ਤੇ ਫਿਰ ਆਖਰ ਤੋਂ ਇਸ ਸਰੀਰ ਦਾ ਕਿਸੇ ਨਾਲ ਸੰਬੰਧ ਹੋਵੇਗਾ ਨਾ। ਤੋ ਜਿਹਦੇ ਨਾਲ ਇਹਦਾ ਸੰਬੰਧ ਹੈ, ਜੇ ਇਉਂ ਕਹਿ ਦਈਏ ਵੀ ਇਹਦੇ ਨਾਲ ਆ, ਤਾਂ ਫਿਰ ਉਹਦੇ ਚ ਇਹਦਾ ਤਿਰੋਧਾਨ ਕਰ ਦੇਗਾ। ਜੇ ਕਿਸੇ ਦਾ ਕੋਈ ਇੱਥੇ ਕੱਪੜਾ ਡਿੱਗਿਆ ਪਿਆ, ਯਾਰ ਇਹ ਪਤਾ ਨਹੀਂ ਕਿਹਦਾ, ਬਹੁਤ ਸੋਹਣਾ ਬੜਾ ਸੁੰਦਰ ਹੈ ਪਿਆਰਾ ਹੈ, ਇਹ ਕਿਹਦਾ ਬਈ? ਜੇ ਤੈਨੂੰ ਦੱਸਤਾ ਵੀ ਇਹ ਅੰਕੇ ਦਾ, ਤਾਂ ਉਹਨੂੰ ਵਾਪਸ ਮੋੜ ਦੇਂਗਾ। ਜੇ ਵਾਪਸ ਮੋੜਨ ਨੂੰ ਤਿਆਰ ਹੈ ਤਾਂ ਤੈਨੂੰ ਦੱਸ ਦਿੰਨੇ ਵੀ ਅੰਕੇ ਲੜਕੇ ਦਾ ਮਾਈ ਭਾਈ ਦਾ ਡਿੱਗਿਆ। ਤੇ ਜਦੋਂ ਤੈਨੂੰ ਇਹ ਮੋਹੀ ਬੈਠਾ ਤੈਅ ਕਰਕੇ ਜੇਬ ਚ ਪਾਈ ਬੈਠਾ, ਤੇ ਤੇਰਾ ਪੁੱਛਣ ਦਾ ਤੈਨੂੰ ਲਾਭ ਕੀ ਕਿ ਇਹ ਕਿਹਦਾ? ਅੱਛਾ, ਜੇ ਤੈਨੂੰ ਇਹ ਦੱਸ ਦਈਏ ਵੀ ਇਹ ਸਰੀਰ ਕਿਹਦਾ ਹੈ ਤੇ ਜਿਹਦਾ ਹੈ ਉਹਨੂੰ ਮੋੜਨ ਨੂੰ ਤਿਆਰ ਹੈ, ਪਹਿਲਾਂ ਇਹ ਫੈਸਲਾ ਕਰ ਲਾ ਵੀ ਇਹ ਮੋੜਨ ਨੂੰ ਤਿਆਰ ਹੈ। ਤੇ ਜੇ ਡਿੱਗੀ ਹੋਈ ਚੀਜ਼ ਨੂੰ ਲਪੇਟ ਕੇ ਗੀਜੇ ਚ ਪਾ ਲਿਆ ਤੇ ਦੇਣ ਨੂੰ ਤਿਆਰ ਨਹੀਂ, ਤੇ ਫਿਰ ਪੁੱਛਣ ਦਾ ਕੋਈ ਫਾਇਦਾ ਨਹੀਂ। ਤਾਂ ਇਹ ਪਹਿਲਾਂ ਸੰਕਲਪ ਬਣਾ ਵੀ ਜਿਹਦਾ ਹੈ ਮੈਨੂੰ ਪਤਾ ਲੱਗ ਜੇ ਮੈਂ ਉਹਨੂੰ ਮੋੜਨ ਨੂੰ ਤਿਆਰ ਹਾਂ। ਤਾਂ ਗੁਰੂਆਂ ਨੇ ਇਹਨੂੰ ਤਟਸਥ ਹੋ ਕੇ ਥੋੜੀ ਜੀ ਬੁਝਾਰਤ ਪਾਈ ਕਿ ਅਸੀਂ ਦੱਸ ਦਿੰਨੇ ਰਚਿਆ, ਪਰ ਅੱਗੇ ਅਸੀਂ ਰਚਨਾ ਨਹੀਂ ਦੱਸਦੇ ਕਿਵੇਂ ਰਚਾਈ ਹੈ। ਕਿ ਪੰਥ ਤਤ ਸੇ ਤਨ ਰਚਿਓ, ਜਾਨੋ ਚਤਰ ਸੁਜਾਨ। ਚਤਰ ਬਣਿਆ ਫਿਰਦਾ, ਇਹਨੂੰ ਪਾ ਕਰਕੇ ਸੁਜਾਨ ਜਿਹੜੇ ਜਾਣਨ ਵਾਲੇ ਐ ਉਹਨਾਂ ਤੋਂ ਪੁੱਛ। ਤਾਂ ਗੁਰੂਆਂ ਨੇ ਇਹਨੂੰ ਰਮਜਤਾ ਦੇਤੀ ਵੀ 5 ਤੱਤ। 5 ਤੱਤਾਂ ਚੋਂ 5 ਤੱਤ ਸੈਂਕੜੇ ਬੰਦੇ ਬੈਠੇ ਜਿਹੜੇ ਜਪਜੀ ਸਾਹਿਬ ਵੀ ਪੜ੍ਹਦੇ ਆ, ਹੋਰ ਵੀ ਬਾਣੀਆਂ ਪੜ੍ਹਦੇ ਆ, ਤੇ ਇਹ ਨਹੀਂ ਖਿਆਲ ਕੀਤਾ ਜੇ ਤੇ ਕਿ ਵੀ ਯਾਰ ਚਲੋ ਹੋਰ ਨਹੀਂ ਤਾਂ 5 ਤੱਤ ਹੀ ਪੁੱਛ ਲਈਏ। ਤਾਂ ਵੇਖੋ ਜਿਹੜਾ ਸਾਰੀ ਸ੍ਰਿਸ਼ਟੀ ਦਾ ਉਪਾਦਾਨ ਅਭਿੰਨ ਨਿਮਿਤ ਉਪਾਦਾਨ ਕਾਰਨ ਉਹਨੂੰ ਨਹੀਂ ਪਛਾਣਿਆ
ਤੇ ਆਖ ਦੇਣਗੇ ਮੈਥੋਂ ਪੰਜ ਪਿਆਰੇ ਪੁੱਛ ਲਾ। ਯਾਰ ਤੈਥੋਂ ਪੰਜ ਪਿਆਰੇ ਪੁੱਛਿਆ, ਤੈਥੋਂ ਪੰਜ ਤੱਤ ਪੁੱਛਿਆ। ਜਿਹੜਾ ਸ੍ਰਿਸ਼ਟੀ ਦਾ ਆਦਿ ਸ਼ਟਾਨ ਹੈ, ਉਹ ਉਪਾਦਾਨ ਹੈ। ਜਿਸ ਉਪਾਦਾਨ ਤੋਂ ਬਿਨਾਂ ਕੁਝ ਹੋ ਨਹੀਂ ਸਕਦਾ। ਕਿਤਨੇ ਬੰਦੇ ਆ ਜਿਹੜੇ ਪੰਜ ਪਿਆਰਿਆਂ ਨੂੰ ਜਾਣਦੇ ਨਹੀਂ ਤੇ ਅੰਮ੍ਰਿਤ ਨਹੀਂ ਛਕਿਆ, ਉਹ ਵੀ ਜਿਉਂਦੇ ਫਿਰਦੇ। ਤੇ ਜੇ ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕਿਆ ਸੀ, ਉਹ ਵੀ ਇਹ ਜਾਣਨ ਵਾਸਤੇ ਹੀ ਛਕਿਆ ਸੀ। ਇਹ ਨਹੀਂ ਸੀ ਛਕਿਆ ਮੇਰਾ ਅੰਮ੍ਰਿਤ ਛਕਿਆ, ਇਸ ਲਈ ਛਕਿਆ ਸੀ ਕਿ ਗੁਰੂਆਂ ਨੇ ਇਹ ਕਿਹਾ ਕਿ ਵਾਤ ਪਿੱਤ ਕਫ ਤੇ ਰਜ ਤਮ ਸਤ, ਇਹ ਦੋ ਸਰੂਪ ਮਾਇਆ ਦੇ ਹੈ। ਇਹ ਰਜ ਤਮ ਸਤ ਕੀ ਪ੍ਰਭਾਵ ਦਿੰਦੇ ਇਸ ਸਰੀਰ ਧਾਰੀ ਨੂੰ, ਤੇ ਵਾਤ ਪਿੱਤ ਕਫ ਕੀ ਪ੍ਰਭਾਵ ਦਿੰਦੀ ਹੈ। ਅੰਮ੍ਰਿਤ ਛਕਿਆ ਬਈ ਤੇਰਾ ਤਾਂ, ਤੂੰ ਤਾਂ ਦੱਸ ਜਾਣਦਾ ਹੋਏਗਾ ਕੀ ਪ੍ਰਭਾਵ ਦਿੰਦੇ। ਤਾਂ ਉਹ ਅੰਮ੍ਰਿਤ ਵਾਲਾ ਵੀ ਕਹੂਗਾ ਵੀ ਇਹ ਤਾਂ ਨਹੀਂ ਪਤਾ, ਤੇਰੀ ਤਾਂ ਬੜੀ ਭਾਰੀ ਜ਼ਿੰਮੇਵਾਰੀ ਸੀਗੀ ਵੀ ਮੈਂ ਤਾਂ ਜਾਣਾ, ਦੂਜਾ ਜਾਣੇ ਨਾ ਜਾਣੇ। ਕੀ ਪ੍ਰਭਾਵ ਦਿੰਦੇ ਆ? ਤਾਂ ਇਹ ਹੈ, ਚਲੋ ਮੋਟੀ ਰੂਪ ਹੈ, ਦੂਜੇ ਵੀ ਸੁਣ ਲਓ ਤੇ ਅੰਮ੍ਰਿਤ ਵਾਲੇ ਭਾਈ ਵੀ ਸੁਣ ਲੈਣ ਕਿ ਵਾਤ ਪਿੱਤ ਦਾ ਗੋਲਾ ਇੱਕ ਭਾਪ ਉੱਠਦੀ ਹੈ ਜਿਵੇਂ, ਉਹ ਸੂਖਮ ਸਰੀਰ ਨੂੰ ਪੀੜਦਾ, ਤੇ ਰਜ ਤਮ ਸਤ ਜਿਹੜੇ ਗੁਣ ਹੈ ਉਹ ਇਸ ਸਥੂਲ ਸਰੀਰ ਨੂੰ ਪੀੜਦੇ ਆ। ਇਹ ਤਾਂ ਸਾਨੂੰ ਪਤਾ ਲੱਗ ਗਿਆ ਵੀ ਰਾਜਤਾਮ ਗੁਰੂਆਂ ਨੇ ਕਿਹਾ ਹੋਇਆ ਕਿ ਇਹ ਤਿੰਨਾਂ ਦੇ ਜਮਾਂ ਜੋੜਦਾ ਨਾ, ਇਹਨੂੰ ਮਾਇਆ ਬਦਲ ਜਾਂਦਾ। ਕਿਵੇਂ? ਆਖੇ ਸ਼ੇਰ ਦੂਜਾ ਸ਼ੇਰ ਪਾਤਾ ਤੋਲ ਕੇ, ਤੀਜਾ ਸ਼ੇਰ ਪਾਤਾ, ਪੰਜ ਵਾਰੀ ਸ਼ੇਰ ਤੋਲ ਕੇ ਪਾਤਾ। ਜਦੋਂ ਇਕੱਠਾ ਕਰਤਾ ਤੇ ਇਹਦਾ ਰੂਪ ਰੇਖ ਬਦਲ ਗਿਆ, ਇਹਦਾ ਨਾਮ ਹੋ ਗਿਆ ਪਸੇਰੀ। ਇਹ ਰਾਜ ਤਾਮ ਸਤ, ਤਿੰਨੇ ਦੇ ਤਿੰਨ ਨਾਮ ਪੈਂਦੇ ਆ। ਤੇ ਜਦੋਂ ਇਹਦਾ ਜਵਾਂ ਜੋੜ ਕਰ ਦਈਏ ਤਾਂ ਫੇਰ ਕੀ ਹੋ ਜਾਂਦਾ? ਤਾਂ ਬਾਣੀ ਪੜਨ ਵਾਲੇ ਬੈਠੇ ਆ, ਪਰ ਦੱਸੋ ਵੀ ਕੀ ਹੁੰਦਾ ਉਹਦਾ ਨਾਂ? ਗੁਰੂਆਂ ਨੇ ਨੀ ਕੁਛ ਇਹਦੇ ਬਾਰੇ ਕਿਹਾ। ਇਹ ਜਾਣੋ, ਪਿੱਛੇ ਹਟੋ। ਗੁਰੂਆਂ ਨੇ ਕਿਹਾ ਰਜ ਗੁਣ, ਧਮ ਗੁਣ, ਸਤ ਗੁਣ ਕਹੀ ਆ ਜਿਨ੍ਹਾਂ ਨੂੰ ਕਹਿੰਦੇ। ਇਹ ਤਿੰਨਾਂ ਦੇ ਜਮਾਂ ਜੋੜਦਾ ਨਾ, ਇਹ ਤੇਰੀ ਹੈ ਮਾਇਆ। ਇਹ ਮਾਇਆ ਹੋ ਗਈ। ਅਜੇ ਪਰਮਾਰਥ ਵਸਤੂ ਦੇ ਤਾਂ ਆਪਾਂ ਨੇੜੇ ਹੀ ਨਹੀਂ ਗਏ। ਅੱਛਾ, ਨੇੜੇ ਕਿਉਂ ਨਹੀਂ ਗਏ? ਜਦੋਂ ਤੂੰ ਨੇੜੇ ਤਾਂ ਹੀ ਤੈਨੂੰ ਲਈ ਆਈਏ। ਤੂੰ ਜਿਹਦੇ ਚ ਉਲਝਿਆ, ਇਹਦੀ ਉਲਝਣ ਤਾਂ ਕੱਢ। ਤੇ ਨਹੀਂ ਤੇ ਜ਼ਿੰਦਗੀ ਸਾਰੇ ਕੇ ਉਲਝਤ ਸੁਲਝਤ ਜਾਏ ਪ੍ਰਾਣ। ਕਦੇ ਉਲਝ ਗਿਆ ਤੇ ਕਦੇ ਫੇਰ ਸੁਲਝ ਗਿਆ। ਕਦੇ ਉਹਦਾ ਸੁਣ ਲਿਆ ਆਵਾਜ਼, ਮੈਨੂੰ ਲੈ ਚੱਲ, ਦਵਾ ਲਿਆ ਨਾਮ ਔਰ ਦਾਨ। ਅੱਛਾ, ਨਾਮ ਤਾਂ ਤੈਨੂੰ ਉਹਨੇ ਬੋਲ ਕੇ ਸੁਣਾਤਾ, ਕੰਨੋਂ ਵਾਟੀ ਕਰ। ਤੇ ਦਾਨ ਕੀ ਹੈ? ਮੈਂ ਵੀ ਨਾਮ ਦਾਨ ਲਿਆਂਦਾ। ਨਾਮ ਤਾਂ ਤੇਰੇ ਕੰਨ ਚ ਪਾਤੇ, ਤੇ ਦਾਨ ਸੀ ਜਿਹੜਾ ਉਹ ਕਿੱਧਰ ਪਾਇਆ? ਇਹ ਦੱਸਦਾ ਹੈ, ਪਤਾ ਲੱਗਦਾ
ਵੀ ਛੇਤੀ ਕੀਤੇ ਤੈਨੂੰ ਨਾਮ ਦਾਨ ਚ ਦਿੰਦੇ, ਨਹੀਂ ਤਾਂ ਨਾਮ ਮੁੱਲ ਹੀ ਵਿਕਦਾ। ਨਾਮ ਮੁੱਲ ਕਿਵੇਂ ਵਿਕਦਾ? ਕਾਸ ਦੇ ਪਿੱਛੇ ਵਟਾਇਆ ਜਾਂਦਾ ਹੈ। ਇਹ ਤੜਕੇ ਤੜਕੇ ਕਈ ਸੰਤ ਲੋਕ ਬਣੇ ਫਿਰਦੇ ਭੇਖ ਪਾ ਕੇ ਤੇ ਬੋਲਦੇ ਸਤਨਾਮ। ਇਹਨੇ ਨਾਮ ਦਿੱਤਾ, ਉਹਨੇ ਦਾਨ ਵੇਹੀ ਰੋਟੀ ਦਿੱਤੀ, ਉੱਤੇ ਸਬਜ਼ੀ ਧਰ ਕੇ ਲੈ ਜਾ ਬਾਬਾ ਖਾ ਲਈ। ਐਂ ਦਾ ਨਾਮ ਵਿਕਦਾ। ਓਏ ਭਲਿਓ ਪਹਿਚਾਣੋ ਸਤਨਾਮ ਕੀ ਪ੍ਰਤੀਪਾਦਨ ਕਰਦਾ। ਸਤਨਾਮ ਦੇ ਸਰੂਪ ਲਕਸ਼ਣ ਕਿਹੜੇ ਐ, ਤਟਸਥ ਲਕਸ਼ਣ ਕਿਹੜੇ ਐ, ਜੈਤ ਲਕਸ਼ਣ ਕਿਹੜੇ ਐ, ਅਜੈਤ ਲਕਸ਼ਣ ਕਿਹੜੇ, ਕਿਵੇਂ ਪਹਿਚਾਣਿਆ ਜਾਂਦਾ? ਤਾਂ ਇਹ ਹੋ ਗਿਆ ਜਿਹਨੂੰ ਸਤਨਾਮ ਆਨੇ ਆ। ਉਹ ਹੋ ਗਿਆ ਕਿ ਜਹਾਂ ਹੋਏ ਚੇਤਨ ਆਧਾਰਾ, ਤਹਾਂ ਨ ਦ੍ਰਿਸ਼ਟਾ ਹੋਏ ਨਿਆਰਾ। ਜਿਹਨੂੰ ਦ੍ਰਿਸ਼ਟਾ ਕਹੇ